ਦੇਖੋ ਦੋਨੋਂ ਗੋਡੇ ਇਕੱਠੇ ਕਰਨ ਦੇ ਨਾਲ ਹੁੰਦਾ ਕੀ ਆ, ਜੇ ਪੇਸ਼ੈਂਟ ਫਿੱਟ ਹੈ ਸਰਜਰੀ ਦੇ ਤਾਂ ਉਹ ਇੱਕੋ ਵਾਰੀ ਹਸਪੀਟਲ 'ਚ ਆਉਂਦਾ, ਇੱਕੋ ਵਾਰ ਉਹਨੂੰ ਐਨਾਸੀਜ਼ੀਆ ਦਿੱਤਾ ਜਾਂਦਾ, ਇੱਕੋ ਵਾਰ ਹੀ ਉਹਨੇ ਮੈਡੀਸਿਨਸ ਖਾਣੀਆਂ ਨੇ। ਤੋ ਇੱਕੋ ਵਾਰ ਹੀ ਉਹਦਾ ਜਿਹੜਾ ਹਸਪੀਟਲ ਦੇ ਵਿੱਚ ਸਟੇ ਹੁੰਦਾ, ਔਰ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਇੱਕੋ ਵਾਰੀ ਹੀ ਉਹਦੀ ਦੇਖਭਾਲ ਕਰਨ ਜਾਂਦੇ ਆ। ਡਾਕਟਰ ਸਾਹਿਬ, ਮੈਨੂੰ ਪਤਾ ਤੁਸੀਂ ਸਰਜਨ ਹੋ, ਸਰਜਨ ਦੀ ਜਿਹੜੀ ਅਪਰੋਚ ਹੈ ਉਹ ਇਹ ਹੈ ਵੀ ਕੱਟ ਵੱਢ ਕੇ ਠੀਕ ਕਰਨਾ ਜੋ ਕੁਝ ਵੀ ਕਰਨਾ। ਹਾਂਜੀ ਹਾਂਜੀ। ਪਰ ਕੋਈ ਨਾਨ ਸਰਜੀਕਲ ਤਰੀਕਾ ਵੀ ਹੈ ਇਹਨਾਂ ਨੂੰ ਗੋਡਿਆਂ ਦੀ ਪੇਨ ਨੂੰ ਠੀਕ ਕਰਨ? ਜਦੋਂ ਗੋਡੇ ਵਿੰਗੇ ਹੋ ਜਾਂਦੇ ਆ, ਬੰਦੇ ਦਾ ਕੱਦ ਘਟ ਜਾਂਦਾ, ਤੇ ਜਦੋਂ ਗੋਡੇ ਸਿੱਧੇ ਕਰ ਦਿੰਦੇ ਆ ਤੇ ਉਹ ਲੈਂਥ ਜਿਹੜੀ ਆ ਉਹਦੀ ਹਾਈਟ ਆ ਜਿਹੜੀ ਪੇਸ਼ੈਂਟ ਦੀ ਵੱਧ ਜਾਂਦੀ ਹੈ। ਸਾਡੇ ਕੋਲ ਕਈ ਪੇਸ਼ੈਂਟ ਆ ਕੇ ਇਹ ਵੀ ਕਹਿੰਦੇ ਆ, ਤੁਸੀਂ ਤਾਂ ਜੀ ਸਾਡੇ ਮਰੀਜ਼ ਦਾ ਖਰਚਾ ਵਧਾਤਾ। ਮੈਂ ਕਿਹਾ ਉਹ ਕਿਵੇਂ ਵੱਧ ਗਿਆ ਤੁਹਾਡਾ ਖਰਚਾ? ਕਹਿੰਦੇ ਜੀ ਉਹਦੇ ਸਾਰੇ ਕੱਪੜੇ ਛੋਟੇ ਹੋ ਗਏ, ਸਾਰੀਆਂ ਪੈਂਟਾਂ ਛੋਟੀਆਂ ਹੋ ਗਈਆਂ, ਤੇ ਉਹ ਸਾਨੂੰ ਹੁਣ ਨਵੀਆਂ ਸਵਾਣੀਆਂ ਪੈ ਰਹੀਆਂ। ਹਿੰਜਸ ਜਿਹੜੇ ਆ ਨਾ ਜੀ, ਉਹ ਇਸ ਤਰ੍ਹਾਂ ਹਿੰਜ ਨਹੀਂ ਪੈਂਦਾ, ਉਹ ਵੀ ਜੁਆਇੰਟ ਰਿਪਲੇਸਮੈਂਟ ਹੀ ਹੁੰਦੀ ਹੈ, ਜਿਹੜਾ ਕਿ ਹਿੰਜਡ ਨੀ ਜੁਆਇੰਟ ਹੁੰਦਾ। ਅੱਛਾ। ਉਹਦੇ ਵਿੱਚ ਕਬਜ਼ਾ ਬਣਿਆ ਹੁੰਦਾ ਜੁਆਇੰਟ ਦਾ। ਨੋਰਮਲ ਜਿਹੜਾ ਹੈਗਾ ਉਹ ਜਿਹੜਾ ਮੈਟਲ ਦੇ ਨਾਲ, ਮੈਟਲ ਨੂੰ ਅਸੀਂ ਫਿਕਸ ਨਹੀਂ ਕਰਦੇ, ਕਬਜ਼ਾ ਨਹੀਂ ਬਣਾਉਂਦੇ। ਉਹ ਨੋਰਮਲੀ ਉਹ ਬੋਨ ਦੀ ਸ਼ੇਪ, ਆਲੇ ਦੁਆਲੇ ਮਸਲਸ ਅੱਗੇ ਚੱਪਣੀ, ਉਹਦੇ ਨਾਲ ਹੀ ਉਹ ਕਬਜ਼ਾ ਬਣਦਾ। The Harjinder Thin Show। ਪਹਿਲਾਂ ਤੁਹਾਨੂੰ ਦੱਸ ਰਿਹਾ ਸੀ ਕਿ ਡਾਕਟਰ ਬਲਵੰਤ ਸਿੰਘ ਹੁੰਜਣ ਜਿਹੜੇ ਕਿ ਆਰਥੋਪੈਡਿਕ ਡਾਕਟਰ ਨੇ, ਔਰ ਉਹਨਾਂ ਨੇ ਤਕਰੀਬਨ 8,500 ਤੋਂ ਵੱਧ ਆਪਰੇਸ਼ਨ ਕੀਤੇ ਨੇ ਗੋਡਿਆਂ ਦੇ, ਅਤੇ ਉਹਨਾਂ ਦੀ ਸਕਸੈਸ ਰੇਟ ਆ ਜਿਹੜੀ ਉਹ ਬਹੁਤ ਜ਼ਿਆਦਾ ਹੈ। ਉਹ ਤਕਰੀਬਨ 90-95% ਉਹਨਾਂ ਦੀ ਸਕਸੈਸ ਰੇਟ ਹੈ। ਔਰ ਉਹ ਦੱਸਣਗੇ ਕਿ ਉਹ ਸਕਸੈਸ ਰੇਟ ਵੀ ਜਿਹੜੀ ਇਹ ਹਾਈ ਕਿਉਂ ਹੈ। ਗੱਲ ਸਿਰਫ ਗੋਡਿਆਂ ਤੱਕ ਹੀ ਸੀਮਿਤ ਨਹੀਂ, ਹਿਪ ਜੁਆਇੰਟ ਹੈ ਜਾਂ ਕੋਈ ਵੀ ਐਂਕਲ ਜੁਆਇੰਟ ਹੈ ਉਹ ਰਿਪਲੇਸ ਕਰ ਦਿੰਦੇ ਨੇ। ਆਰਥੋਪੈਡਿਕ ਡਾਕਟਰ ਬਾਰੇ ਮੈਨੂੰ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਮੇਰੇ ਖਿਆਲ ਸਾਡੇ ਸੁਣਨ ਵਾਲਿਆਂ 'ਚ ਬਹੁਤ ਸਾਰੇ ਜਾਣਦੇ ਨੇ ਕਿ ਆਰਥੋਪੈਡਿਕ ਡਾਕਟਰਸ ਇੱਥੇ ਸਾਡੇ ਬਹੁਤ ਘੱਟ ਨੇ, ਲੰਬੀਆਂ ਇੰਤਜ਼ਾਰਾਂ ਕਰਨੀਆਂ ਪੈਂਦੀਆਂ ਨੇ। ਲੁਧਿਆਣੇ ਦੇ ਵਿੱਚ ਇਹਨਾਂ ਦਾ ਹਸਪੀਟਲ ਹੈ ਜਿੱਥੇ ਇਹ ਆਪਰੇਸ਼ਨ ਕਰਦੇ ਨੇ, ਅਤੇ ਦੋਨੇ ਗੋਡੇ ਇੱਕੋ ਟਾਈਮ 'ਤੇ ਕਰ ਸਕਦੇ ਹਨ। ਲੇਕਿਨ ਇਸ ਦੇ ਵਿੱਚ ਕੀ ਕੁਛ ਇਨਵੋਲਵ ਹੈ, ਕਿੰਨੇ ਕੁ ਨਟਸ ਐਂਡ ਬੋਲਟਸ ਲਾਉਣੇ ਪੈਂਦੇ ਨੇ, ਇਸ ਦੇ ਬਾਰੇ ਵੀ ਇਹਨਾਂ ਨਾਲ ਅੱਜ ਗੱਲਬਾਤ ਹੋਏਗੀ। ਡਾਕਟਰ ਹੁੰਜਣ ਸਾਡੇ ਸਟੂਡੀਓਜ਼ ਦੇ ਵਿੱਚ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵੈਲਕਮ। ਥੈਂਕ ਯੂ ਜੀ, ਥੈਂਕ ਯੂ। ਮੈਂ ਸਾਰੇ ਸਰੋਤਿਆਂ ਦਾ ਆਪਣੇ ਵੱਲੋਂ ਬਹੁਤ ਬਹੁਤ ਅਭਿਨੰਦਨ ਕਰਦਾ, ਔਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ। ਥਿੰਦ ਸਾਹਿਬ ਨੇ ਮੈਨੂੰ ਮੌਕਾ ਦਿੱਤਾ ਕਿ ਸਾਰਿਆਂ ਦੇ ਨਾਲ ਰੂਬਰੂ ਹੋਵੋ, ਮੈਂ ਉਸ ਕਰਕੇ ਅੱਜ ਮੈਂ ਆਇਆ ਹੋਇਆ ਸੀਗਾ ਸਰੀ 'ਚ, ਸੋ ਥਿੰਦ ਸਾਹਿਬ ਨੇ ਮੌਕਾ ਦਿੱਤਾ ਕਿ ਮਿਹਰਬਾਨੀ ਜੀ ਤੁਹਾਡੀ ਆਉਣ ਲਈ, ਇੱਥੇ ਆਇਆ। ਹਾਂਜੀ ਡਾਕਟਰ ਸਾਹਿਬ, ਪਹਿਲਾਂ ਤਾਂ ਇਹ ਦੱਸੋ ਬਈ ਅੱਜ ਕੱਲ੍ਹ ਬੜੀ ਐਡਵਾਂਸਮੈਂਟ ਹੋ ਗਈ ਆ ਗੋਡਿਆਂ ਦੇ ਆਪਰੇਸ਼ਨ ਜਿਹੜੇ ਨੇ। ਲੋਕ ਕਦੇ ਇੱਕ ਜ਼ਮਾਨਾ ਸੀ ਕਿ ਦੁੱਖ ਭੋਗਦੇ ਰਹਿੰਦੇ ਅਤੇ ਗੋਡੇ ਉਹਨਾਂ ਦੇ ਵਿੰਗੇ ਹੋ ਜਾਂਦੇ, ਪੇਨ ਰਹਿੰਦੀ। ਹੁਣ ਇਹ ਕਿੰਨਾ ਕੁ ਚਿਰ ਲੱਗਦਾ ਅਤੇ ਇਹਦੀ ਸਕਸੈਸ ਰੇਟ ਕੀ ਆ? ਕਿ ਇੱਕ ਇੱਕ ਗੋਡਾ ਕਰਨਾ ਚਾਹੀਦਾ ਜਾਂ ਦੋਨੇ ਗੋਡੇ ਇਕੱਠੇ ਵੀ ਬਦਲ ਦਿੰਦੇ ਹੋ? ਥਿੰਦ ਸਾਹਿਬ, ਜਿਹੜਾ ਨੀ ਰਿਪਲੇਸਮੈਂਟ ਆ ਉਹ ਇੱਕ ਬੜੀ ਅੱਛੀ ਸਰਜਰੀ ਹੈ, ਜਿਹਦੇ ਨਾਲ ਮਰੀਜ਼ ਦੀ ਜਿਹੜੀ ਸਿਹਤ ਹੈ ਬੜੀ ਅੱਛੀ ਹੋ ਜਾਂਦੀ ਆ, ਔਰ ਮਰੀਜ਼ ਨੂੰ ਬਹੁਤ ਹੀ ਉਹਦਾ ਫਾਇਦਾ ਹੁੰਦਾ। ਔਰ ਪਹਿਲਾਂ ਕੀ ਸੀਗਾ ਕਿ ਜਦੋਂ ਗੋਡੇ ਨਹੀਂ ਚੇਂਜ ਹੁੰਦੇ ਸੀ, ਗੋਡੇ ਘਸ ਜਾਂਦੇ ਸੀ, ਗੋਡੇ ਵਿੰਗੇ ਹੋ ਜਾਂਦੇ ਸੀ, ਦਰਦ ਬਹੁਤ ਰਹਿੰਦੀ ਸੀ, ਅਤੇ ਅਸੀਂ ਇਹ ਕਹਿੰਦੇ ਹੁੰਦੇ ਸੀ ਛੋਟੇ ਹੁੰਦੇ ਬਾਬੇ ਵੀ ਜਿਹੜੇ ਉਹ ਲੰਗ ਮਾਰਦੇ ਤੁਰੇ ਫਿਰਦੇ ਆ, ਢੀਚਕ ਮਾਰਦੇ ਤੁਰੇ ਫਿਰਦੇ ਆ। ਸੋ ਉਹ ਚੀਜ਼ ਜਿਹੜੀ ਆ ਹੁਣ ਨਹੀਂ ਹੁੰਦੀ। ਹੁਣ ਗੋਡੇ ਜਿਹੜੇ ਨੇ ਬੜੇ ਸਕਸੈਸਫੁਲੀ ਚੇਂਜ ਹੁੰਦੇ ਨੇ, ਔਰ ਮੈਂ ਇਹ ਵੀ ਦੱਸ ਦਿੰਦਾ ਕਿ ਇਹਦਾ ਜਿਹੜਾ ਸਕਸੈਸ ਰੇਟ ਆ ਉਹ ਆਲਮੋਸਟ 99.9% ਸਕਸੈਸ ਰੇਟ ਆ। ਇਟਸ not 90 or 95%, ਇਟਸ ਆਲਮੋਸਟ 99.9%। 1% ਵੀ ਅਸੀਂ ਸਿਰਫ ਆਪਣੇ ਵਾਸਤੇ ਰੱਖ ਲੈਂਦੇ ਹਾਂ ਵੀ ਬਾਈ ਚਾਂਸ ਕੋਈ ਪ੍ਰੋਬਲਮ ਆ ਜਾਏ ਤਾਂ ਅਸੀਂ ਕਹਿ ਸਕੀਏ ਵੀ 100% ਨਹੀਂ ਹੈਗਾ, ਪਰ ਨੀਅਰ 100% ਹੀ ਹੈ। ਔਰ ਇਹਦੇ ਵਿੱਚ ਜਿਹੜੀ ਐਡਵਾਂਸਿਸ ਨੇ ਉਹ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ, ਬੜੇ ਅੱਛੇ ਇੰਪਲਾਂਟ ਆਉਣ ਲੱਗ ਗਏ, ਔਰ ਬਹੁਤ ਹੀ ਅੱਛੀ ਟੈਕਨੀਕ ਇਹਦੇ ਵਿੱਚ ਆ ਗਈ ਹੈ ਜਿਹਦੇ ਨਾਲ ਅਸੀਂ ਗੋਡੇ ਚੇਂਜ ਕਰਦੇ ਹਾਂ। ਸੋ ਉਹ ਕੋਈ ਬਿਲਕੁਲ ਵੀ ਕੋਈ ਇਹਦੇ ਵਿੱਚ ਕੋਈ ਖਤਰੇ ਵਾਲੀ ਗੱਲ ਨਹੀਂ ਹੁੰਦੀ। ਦੂਸਰਾ ਤੁਹਾਡਾ ਕੁਐਸਚਨ ਸੀ ਵੀ ਅਸੀਂ ਦੋਨੋਂ ਗੋਡੇ ਇਕੱਠੇ ਕਰਦੇ ਹਾਂ। ਦੇਖੋ ਦੋਨੋਂ ਗੋਡੇ ਇਕੱਠੇ ਕਰਨ ਦੇ ਨਾਲ ਹੁੰਦਾ ਕੀ ਆ, ਜੇ ਪੇਸ਼ੈਂਟ ਫਿੱਟ ਹੈ ਸਰਜਰੀ ਦੇ ਤਾਂ ਉਹ ਇੱਕੋ ਵਾਰੀ ਹਸਪੀਟਲ 'ਚ ਆਉਂਦਾ, ਇੱਕੋ ਵਾਰ ਉਹਨੂੰ ਐਨਾਸੀਜ਼ੀਆ ਦਿੱਤਾ ਜਾਂਦਾ, ਇੱਕੋ ਵਾਰ ਹੀ ਉਹਨੇ ਮੈਡੀਸਿਨਸ ਖਾਣੀਆਂ ਨੇ। ਤੋ ਇੱਕੋ ਵਾਰ ਹੀ ਉਹਦਾ ਜਿਹੜਾ ਹਸਪੀਟਲ ਦੇ ਵਿੱਚ ਸਟੇ ਹੁੰਦਾ, ਔਰ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਇੱਕੋ ਵਾਰੀ ਹੀ ਉਹਦੀ ਦੇਖਭਾਲ ਕਰਨ ਜਾਂਦੇ ਆ।
ਔਰ ਕਈ ਵਾਰੀ ਕੀ ਹੁੰਦਾ ਵੀ ਜੇ ਦੋਨੋਂ ਗੋਡੇ ਜ਼ਿਆਦਾ ਖਰਾਬ ਹੋਣ ਤਾਂ ਤੁਸੀਂ ਇੱਕ ਕਰ ਦਿਓ, ਇੱਕ ਕਰਨ ਤੋਂ ਬਾਅਦ ਦੂਸਰੇ ਗੋਡੇ ਨੇ ਤੁਹਾਨੂੰ ਫੇਰ ਨਹੀਂ ਤੁਰਨ ਦੇਣਾ। ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ 95% ਕੇਸਿਸ ਦੇ ਵਿੱਚ ਅਸੀਂ ਦੋਨੋਂ ਗੋਡੇ ਇਕੱਠੇ ਹੀ ਚੇਂਜ ਕਰਦੇ ਹਾਂ। ਔਰ ਜਿਹੜਾ ਹੈ 5% ਕੇਸ ਉਸ ਤਰ੍ਹਾਂ ਦੇ ਹੁੰਦੇ ਆ ਜਿਹਦੇ ਵਿੱਚ ਸਾਨੂੰ ਲੱਗਦਾ ਕਿ ਇੱਕ ਸਰਜਰੀ ਕਰ ਸਕਦੇ ਹਾਂ, ਦੂਸਰੀ ਦਾ ਜਿਹੜਾ ਬੋਝ ਹੈ ਜਾਂ ਜਿਹੜਾ ਉਹਦਾ ਟਰੋਮਾ ਹੈਗਾ ਉਹ ਪੇਸ਼ੈਂਟ ਨਹੀਂ ਸਹਿ ਸਕੂਗਾ। ਜਿਸ ਤਰ੍ਹਾਂ ਕਿ ਕਾਰਡਿਕ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਹਾਰਟ ਦੀ ਪ੍ਰੋਬਲਮ ਹੁੰਦੀ ਆ, ਉਹ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਪਹਿਲਾਂ ਇੱਕ ਕਰ ਦਿਓ, ਉਸ ਤੋਂ ਬਾਅਦ 5 ਦਿਨ ਜਾਂ 7 ਦਿਨ ਦਾ ਗੈਪ ਪਾ ਕੇ ਫਿਰ ਅਸੀਂ ਦੂਸਰਾ ਗੋਡਾ ਕਰ ਦਿੰਦੇ ਹਾਂ। ਸੋ ਇੰਨਾ ਕੁ ਹੁੰਦਾ, ਅਦਰਵਾਈਜ਼ ਨੋਰਮਲੀ ਅਸੀਂ ਦੋਨੋਂ ਗੋਡੇ ਇਕੱਠੇ ਹੀ ਚੇਂਜ ਕਰਦੇ ਹਾਂ। ਡਾਕਟਰ ਸਾਹਿਬ, ਮੈਨੂੰ ਪਤਾ ਤੁਸੀਂ ਸਰਜਨ ਹੋ, ਸਰਜਨ ਦੀ ਜਿਹੜੀ ਅਪਰੋਚ ਹੈ ਉਹ ਇਹ ਹੈ ਵੀ ਕੱਟ ਵੱਢ ਕੇ ਠੀਕ ਕਰਨਾ ਜੋ ਕੁਛ ਵੀ ਕਰਨਾ। ਹਾਂਜੀ ਹਾਂਜੀ। ਪਰ ਕੋਈ ਨਾਨ ਸਰਜੀਕਲ ਤਰੀਕਾ ਵੀ ਹੈ ਇਹਨਾਂ ਨੂੰ ਗੋਡਿਆਂ ਦੀ ਪੇਨ ਨੂੰ ਠੀਕ ਕਰਨ ਦਾ? ਦੇਖੋ, ਜਿਹੜੇ ਗੋਡਿਆਂ ਦਾ ਟਰੀਟਮੈਂਟ ਆ ਨਾ ਜੀ, ਉਹ ਗੋਡੇ ਦੀ ਬਿਮਾਰੀ ਦੀ ਸਟੇਜ 'ਤੇ ਡਿਪੈਂਡ ਕਰਦਾ। ਉਹਦੀਆਂ 4 ਸਟੇਜਾਂ ਹੁੰਦੀਆਂ ਨੇ। ਪਹਿਲੀ ਸਟੇਜ ਹੁੰਦੀ ਹੈ ਜਦੋਂ ਕਿ ਐਕਸਰੇ ਦੇ ਵਿੱਚ ਕੁਝ ਨਹੀਂ ਆਉਂਦਾ ਪਰ ਪੇਸ਼ੈਂਟ ਨੂੰ ਪੇਨ ਹੁੰਦੀ ਹੈ, ਉੱਥੇ ਕਿਸੇ ਆਪਰੇਸ਼ਨ ਦੀ ਲੋੜ ਨਹੀਂ ਪੈਂਦੀ, ਉਹ ਸਿਰਫ ਦਵਾਈਆਂ ਦੇ ਨਾਲ ਹੀ ਠੀਕ ਹੋ ਜਾਂਦਾ। ਦੂਸਰੀ ਸਟੇਜ ਹੁੰਦੀ ਹੈ ਜਦੋਂ ਕਿ ਐਕਸਰੇ ਦੇ ਵਿੱਚ ਹੱਡੀਆਂ ਦੇ ਵਿੱਚ ਗੈਪ ਘਟਣਾ ਸ਼ੁਰੂ ਹੋ ਜਾਂਦਾ, ਅੰਦਰ ਜਿਹੜੀ ਕਾਰਟਿਲੇਜ ਆ ਜਿਹਨੂੰ ਆਪਾਂ ਗਰੀਸ ਵੀ ਕਹਿ ਦਿੰਦੇ ਹਾਂ, ਉਹ ਘਟਣਾ ਸ਼ੁਰੂ ਹੋ ਜਾਂਦਾ। ਉਸ ਦੇ ਕੇਸ ਦੇ ਵਿੱਚ ਵੀ ਅਸੀਂ ਗਰੀਸ ਦੇ ਟੀਕੇ ਵਗੈਰਾ ਲਗਾ ਕੇ ਉਹ ਗਰੀਸ ਨੂੰ ਅਸੀਂ ਕੰਪਨਸੇਟ ਕਰ ਦਿੰਦੇ ਹਾਂ ਅਤੇ ਕਾਫੀ ਟਾਈਮ ਪੇਸ਼ੈਂਟ ਦਾ ਨਿਕਲ ਜਾਂਦਾ। ਜਿਹੜੀ ਤੀਸਰੀ ਸਟੇਜ ਹੁੰਦੀ ਆ ਉਹਦੇ ਵਿੱਚ ਹੱਡੀ ਦੇ ਨਾਲ ਹੱਡੀ ਜਿਹੜੀ ਆ ਉਹ ਘਸਣੀ ਸ਼ੁਰੂ ਹੋ ਜਾਂਦੀ ਆ, ਉਹਦੇ ਵਿੱਚ ਜ਼ਿਆਦਾ ਚਾਂਸਿਸ ਹੁੰਦੇ ਆ ਕਿ ਉਹ ਆਪਰੇਸ਼ਨ ਨਾਲ ਹੀ ਠੀਕ ਕੀਤਾ ਜਾ ਸਕਦਾ। ਪਰ ਅਰਲੀ 3rd ਸਟੇਜ ਦੇ ਵਿੱਚ ਟੀਕੇ ਵਗੈਰਾ ਲਗਾ ਕੇ ਵੀ ਚੱਲ ਸਕਦਾ। ਪਰ ਜਿਹੜੀ ਚੌਥੀ ਸਟੇਜ ਆ ਉਹ ਸਟੇਜ ਐਸੀ ਆ ਜਿਹਦੇ ਵਿੱਚ ਹੱਡੀ ਬਹੁਤ ਜ਼ਿਆਦਾ ਘਸ ਜਾਂਦੀ ਆ ਔਰ ਕਈ ਵਾਰੀ ਹੱਡੀ ਦੇ ਵਿੱਚ ਹੱਡੀ ਵੜ ਜਾਂਦੀ ਆ ਘਸ ਕੇ। ਉਹਦੇ ਵਿੱਚ ਅਸੀਂ ਬਿਨਾਂ ਆਪਰੇਸ਼ਨ ਤੋਂ ਕੋਈ ਟਰੀਟਮੈਂਟ ਨਹੀਂ ਕਰ ਸਕਦੇ ਕਿਉਂਕਿ ਗੋਡੇ ਵਿੰਗੇ ਹੋ ਜਾਂਦੇ ਆ ਹੱਡੀ ਘਸਣ ਨਾਲ। ਇਸ ਕਰਕੇ ਉਹਦੇ ਵਿੱਚ ਅਸੀਂ ਜਿਹੜਾ ਆਪਰੇਸ਼ਨ ਹੀ ਕਰਦੇ ਹਾਂ ਔਰ ਆਪਰੇਸ਼ਨ ਜਿਹੜਾ ਹੈਗਾ ਉਹ ਜੁਆਇੰਟ ਰਿਪਲੇਸਮੈਂਟ ਹੀ ਹੈ ਇਹਦਾ। ਅੱਛਾ, ਜਦੋਂ ਤੁਸੀਂ ਗੋਡਾ ਪਾਉਂਦੇ ਹੋ ਹਾਂਜੀ, ਉਹ ਕਾਹਦਾ ਬਣਿਆ ਹੁੰਦਾ? ਮੈਟਲ ਦਾ, ਟਾਈਟੇਨੀਅਮ ਦਾ ਜਾਂ ਕਿ ਫਾਈਬਰ ਗਲਾਸ ਦਾ? ਉਹ ਟਾਈਟੇਨੀਅਮ ਦੇ ਜੁਆਇੰਟ ਵੀ ਆਉਂਦੇ ਆ ਜੀ, ਬਟ ਅਸੀਂ ਜਿਹੜਾ ਪਾਉਂਦੇ ਹਾਂ ਉਹ ਅਲੋਏ ਹੁੰਦਾ। ਅਲੋਏ ਇਜ਼ ਅ ਮਿਕਸਚਰ ਆਫ ਮੈਨੀ ਮੈਟਲਸ। ਅੱਛਾ। ਉਹਦੀ ਜਿਹੜੀ ਡਿਊਰੇਬਿਲਟੀ ਆ ਦੈਟ ਇਜ਼ ਮੱਚ ਮੋਰ ਦੈਨ ਦਾ ਅਦਰ ਇੰਪਲਾਂਟਸ। ਅਤੇ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਹੜਾ ਥਾਈ ਦੀ ਹੱਡੀ ਹੈ ਉਹਦਾ ਜਿਹੜਾ ਲੋਅਰ ਐਂਡ ਆ ਉਹਨੂੰ ਅਸੀਂ ਸ਼ੇਵ ਕਰਕੇ ਉਹਦੀ ਇੱਕ ਬਣਾ ਲੈਂਦੇ ਹਾਂ, ਪੋਜੀਸ਼ਨ ਬਣਾ ਲੈਂਦੇ ਹਾਂ, ਇੱਕ ਸ਼ੇਪ ਬਣਾ ਲੈਂਦੇ ਹਾਂ ਜਿਹਦੇ ਉੱਪਰ ਉਹ ਇੰਪਲਾਂਟ ਚੜ੍ਹਨਾ। ਇਸੇ ਤਰ੍ਹਾਂ ਹੀ ਲੈਗ ਬੋਨ ਦਾ ਜਿਹੜਾ ਉੱਪਰਲਾ ਪੋਰਸ਼ਨ ਆ ਉਹਨੂੰ ਅਸੀਂ ਸ਼ੇਵ ਕਰਕੇ ਉਹਦੇ ਉੱਪਰ ਵੀ ਮੈਟਲ ਪਾਉਂਦੇ ਹਾਂ ਅਤੇ ਥਾਈ ਬੋਨ ਦੇ ਲੋਅਰ ਐਂਡ 'ਤੇ ਵੀ ਮੈਟਲ ਪਾਉਂਦੇ ਹਾਂ। ਅਤੇ ਦੋਨੋਂ ਜਿਹੜੇ ਮੈਟਲ ਨੇ ਉਹਨਾਂ ਦੇ ਵਿਚਕਾਰ ਅਸੀਂ ਪੋਲੀਇਥਲੀਨ ਦੀ ਲੇਅਰ ਪਾਉਂਦੇ ਹਾਂ ਜਿਹੜੀ ਕਿ ਤਾਂ ਕਿ ਮੈਟਲ ਦੇ ਨਾਲ ਮੈਟਲ ਘਸੇ ਨਾ। ਔਰ ਇਹ ਜਿਹੜਾ ਪੋਲੀਇਥਲੀਨ ਵੀ ਹੁੰਦਾ ਇਹ ਵੀ ਇੰਨਾ ਅੱਛਾ ਹੁੰਦਾ, ਹਾਈਲੀ ਕ੍ਰਾਸ ਲਿੰਕਡ ਪੋਲੀ ਪਾਉਂਦੇ ਹਾਂ ਅਸੀਂ ਜਿਹੜਾ ਕਿ ਘਸਦਾ ਨਹੀਂ। ਔਰ ਇਹਦੀ ਜਿਹੜੀ ਲਾਈਫ ਆ ਉਹ ਤਕਰੀਬਨ 35-40 ਸਾਲ, ਕਈ ਵਾਰੀ 45 ਸਾਲ ਵੀ ਕੱਢ ਜਾਂਦੀ ਆ। ਉਹ ਕਿੱਥੇ, ਲੁਧਿਆਣੇ ਹੀ ਬਣਦੇ ਨੇ ਉਹ? ਨਹੀਂ, ਉਹ ਅਸੀਂ ਅਮਰੀਕਾ ਦੇ ਹੈਗੇ ਜਿਹੜੇ ਅਸੀਂ ਪਾਉਂਦੇ ਹਾਂ। ਸਾਡੇ ਕੋਲ ਅਸਲੀ ਰੋਬਟ ਹੈ ਜਿਹੜਾ ਕਿ ਨਾਰਦਰਨ ਇੰਡੀਆ ਦਾ ਪਹਿਲਾ ਰੋਬਟ ਹੈ ਲੁਧਿਆਣੇ ਦੇ ਵਿੱਚ ਸਾਡੇ ਕੋਲੇ ਹੁੰਜਨ ਹੌਸਪੀਟਲ ਦੇ ਵਿੱਚ। ਉਸ ਰੋਬਟ ਦੇ ਨਾਲ ਉਹ ਜਿਹੜਾ ਹੈਗਾ ਉਹ ਸਟਰਾਈਕਰ ਕੰਪਨੀ ਦਾ ਹੈ ਅਤੇ ਉਹ ਸਟਰਾਈਕਰ ਕੰਪਨੀ ਦੇ ਹੀ ਉਹਦੇ ਨਾਲ ਅਸੀਂ ਇੰਪਲਾਂਟ ਪਾਉਂਦੇ ਹਾਂ ਜਿਹੜੇ ਕਿ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਗੋਡੇ ਮੰਨੇ ਜਾਂਦੇ ਆ। ਰੋਬੋਟ ਆ? ਰੋਬਟ, ਹਾਂਜੀ। ਅਸੀਂ ਕਿਸਮ ਦਾ, ਹਾਂਜੀ, ਰੋਬਟ ਹੈ। ਰੋਬਟ ਦੇ ਨਾਲ ਅਸੀਂ ਜਿਹੜਾ ਮਤਲਬ ਗੋਡੇ ਦਾ ਐਕਚੁਅਲੀ ਜਿਹੜਾ ਦਾਰੋਮਦਾਰ ਆ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੀ ਲੌਂਗੀਵਿਟੀ ਆਫ ਦਾ ਇੰਪਲਾਂਟ ਹੈ ਉਹ ਡਿਪੈਂਡ ਕਰਦੀ ਆ ਅਲਾਈਨਮੈਂਟ 'ਤੇ ਵੀ ਤੁਸੀਂ ਗੋਡੇ 'ਚ ਜਿਹੜਾ ਜੁਆਇੰਟ ਪਾਉਂਦੇ ਆ ਉਹ ਕਿਸ ਤਰ੍ਹਾਂ ਅਲਾਈਨ ਹੁੰਦਾ। ਜਿੰਨੀ ਉਹਦੀ ਅਲਾਈਨਮੈਂਟ ਵਧੀਆ ਹੋਏਗੀ ਉਨੀ ਉਹਦੀ ਡਿਊਰੇਬਿਲਟੀ, ਉਨੀ ਉਹਦੀ ਲੌਂਗੀਵਿਟੀ ਹੋਏਗੀ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਆਪਾਂ ਟਾਇਰ ਚੇਂਜ ਕਰਦੇ ਹਾਂ ਕਾਰ ਦੇ ਟਾਇਰ ਚੇਂਜ ਕਰਕੇ ਜੇ ਆਪਾਂ ਉਹਦੀ ਅਲਾਈਨਮੈਂਟ ਨਹੀਂ ਕਰਦੇ ਤਾਂ 5-4 ਹਜ਼ਾਰ ਬਾਅਦ ਹੀ ਉਹਦੀ ਗੁੱਡੀ ਜਿਹੜੀ ਆ ਉੜਨੀ ਸ਼ੁਰੂ ਹੋ ਜਾਏਗੀ, ਜਾਂ ਉਹ ਅੰਦਰੋਂ ਘਸ ਜੂ ਜਾਂ ਬਾਹਰੋਂ ਘਸ ਜੂ। ਸੋ ਜੇ ਉਹਦੀ ਪ੍ਰੋਪਰ ਅਲਾਈਨਮੈਂਟ ਕੀਤੀ ਜਾਵੇ ਤਾਂ ਫਿਰ ਉਹ ਆਪਣੀ ਪ੍ਰੋਪਰ ਲਾਈਫ ਕੱਢ ਜਾਂਦਾ, 40,000 50,000 ਜੋ ਕਿ ਉਹਦੀ ਲਾਈਫ ਹੈ। ਇਸੇ ਤਰ੍ਹਾਂ ਹੀ ਗੋਡਿਆਂ ਦੇ ਵਿੱਚ ਹੈ। ਜੇ ਗੋਡਿਆਂ ਦੀ ਅਲਾਈਨਮੈਂਟ ਪ੍ਰੋਪਰ ਨਹੀਂ ਹੁੰਦੀ ਜਾਂ ਉਹ ਜਲਦੀ ਖਰਾਬ ਹੋ ਜਾਣਗੇ ਜਾਂ ਫਿਰ ਉਹ ਪੇਨਫੁੱਲ ਰਹਿਣਗੇ।
ਅੱਛਾ, ਜਿਹੜੇ ਤੁਸੀਂ ਪਾਉਂਦੇ ਹੋ ਇਹ ਅਲੋਏ ਦੇ ਵਰਸਸ ਟਾਈਟੇਨੀਅਮ ਦੇ, ਹਾਂਜੀ ਹਾਂਜੀ ਇਹ ਗੱਲ ਸੱਚੀ ਹੈ ਵੀ ਟਾਈਟੇਨੀਅਮ ਬਹੁਤ ਹਲਕੀ ਆ? ਟਾਈਟੇਨੀਅਮ ਇਜ਼ ਰੈਲੇਟਿਵਲੀ ਲਾਈਟਰ ਮਟੀਰੀਅਲ। ਇਹ ਹੁੰਦਾ ਹੈ ਹੀ ਲਾਈਟਰ ਹੈ, ਇਟਸ ਲਾਈਟਰ ਦੈਨ ਨਾਰਮਲ ਸਟੇਨਲੈਸ ਪਰ ਉਹਦੀ ਸਟੀਲ। ਡਿਊਰੇਬਿਲਿਟੀ ਘੱਟ ਆ? ਨਹੀਂ, ਡਿਊਰੇਬਿਲਿਟੀ ਘੱਟ ਨਹੀਂ ਹੈ, ਮਹਿੰਗੇ ਪੈਂਦੇ ਆ? ਥੋੜੇ ਕਾਸਟਲੀ ਵੀ ਹੁੰਦੇ ਆ ਆਮ ਨਾਲੋਂ, ਬਟ ਅਲੋਏ ਇਜ਼ ਮਚ ਬੈਟਰ। ਅਲੋਏ ਇਜ਼ ਬੈਟਰ। ਮੈਂ ਤਾਂ ਕਈਆਂ ਨੇ ਸੁਣਿਆ, ਕਹਿੰਦੇ ਅਸੀਂ ਗੋਡੇ ਪਵਾਇਆ ਲੁਧਿਆਣਾ, ਸਾਡਾ ਕੱਦ ਵੱਧ ਗਿਆ। ਕੱਦ ਕਿਵੇਂ ਵਧਾ ਦਿੰਦੇ ਹੋ ਫਿਰ? ਕੱਦ ਨਹੀਂ ਜੀ ਵੱਧਦਾ। ਕੱਦ ਇਸ ਕਰਕੇ ਵੱਧਦਾ ਵੀ ਜਦੋਂ ਗੋਡੇ ਕੋਈ ਵੀ ਚੀਜ਼ ਜਿਹੜੀ ਸਿੱਧੀ ਆ ਉਹਦੀ ਲੈਂਥ ਜ਼ਿਆਦਾ ਹੋਊਗੀ, ਜਦੋਂ ਉਹ ਵਿੰਗੀ ਹੋ ਜੂ ਤਾਂ ਐਂਡ ਟੂ ਐਂਡ ਦੀ ਜਿਹੜੀ ਲੈਂਥ ਆ ਘਟ ਜਾਂਦੀ ਹੈ। ਜਦੋਂ ਗੋਡੇ ਵਿੰਗੇ ਹੋ ਜਾਂਦੇ ਆ ਬੰਦੇ ਦਾ ਕੱਦ ਘਟ ਜਾਂਦਾ, ਅਤੇ ਜਦੋਂ ਗੋਡੇ ਸਿੱਧੇ ਕਰ ਦਿੰਦੇ ਆ ਅਤੇ ਉਹ ਲੈਂਥ ਜਿਹੜੀ ਆ ਉਹਦੀ ਹਾਈਟ ਆ ਜਿਹੜੀ ਪੇਸ਼ੈਂਟ ਦੀ ਵੱਧ ਜਾਂਦੀ ਹੈ। ਸਾਡੇ ਕੋਲ ਕਈ ਪੇਸ਼ੈਂਟ ਆ ਕੇ ਇਹ ਵੀ ਕਹਿੰਦੇ ਆ ਤੁਸੀਂ ਤਾਂ ਜੀ ਸਾਡੇ ਮਰੀਜ਼ ਦਾ ਖਰਚਾ ਵਧਾਤਾ। ਮੈਂ ਕਿਹਾ ਉਹ ਕਿਵੇਂ ਵੱਧ ਗਿਆ ਤੁਹਾਡਾ ਖਰਚਾ? ਕਹਿੰਦੇ ਜੀ ਉਹਦੇ ਸਾਰੇ ਕੱਪੜੇ ਛੋਟੇ ਹੋ ਗਏ, ਸਾਰੀਆਂ ਪੈਂਟਾਂ ਛੋਟੀਆਂ ਹੋ ਗਈਆਂ ਅਤੇ ਉਹ ਸਾਨੂੰ ਹੁਣ ਨਵੀਆਂ ਸਵਾਉਣੀਆਂ ਪੈ ਰਹੀਆਂ। ਸੋ ਇਸ ਤਰ੍ਹਾਂ ਹੈ ਵੀ ਜਿਨ੍ਹਾਂ ਦੇ ਜ਼ਿਆਦਾ ਗੋਡੇ ਵਿੰਗੇ ਹੁੰਦੇ ਆ ਉਹਨਾਂ ਦੇ ਤਕਰੀਬਨ 2 ਇੰਚ ਤੱਕ ਦਾ ਵੀ ਫਰਕ ਪੈ ਜਾਂਦਾ। ਉਹ ਇਸ ਕਰਕੇ ਨਹੀਂ ਹੁੰਦਾ ਵੀ ਅਸੀਂ ਹੱਡੀ ਵਧਾਤੀ, ਉਹ ਹੈ ਵੀ ਲੱਤ ਸਿੱਧੀ ਹੋ ਗਈ। ਅੱਛਾ ਡਾਕਟਰ ਸਾਹਿਬ, ਰੋਜ਼ਾ ਨੀ ਸਿਸਟਮ ਕੀ ਆ? ਕਿਹੜਾ ਜੀ? ਰੋਜ਼ਾ ਨੀ ਜਿਹੜਾ ਹੈਗਾ ਉਹ ਹੋਰ ਕੰਪਨੀ ਦਾ ਹੈ ਜੀ। ਅੱਛਾ ਅੱਛਾ, ਹਾਂਜੀ, ਉਹ ਹੋਰ ਕੰਪਨੀ ਦਾ, ਦੈਟ ਇਜ਼ ਆਲਸੋ ਏ ਰੋਬੋਟ। But the best, which is you can say number 1 in the world, real robot ਜਿਹਨੂੰ ਆਪਾਂ ਕਹਿ ਦਿੰਦੇ ਹਾਂ, that is the Mako, made in America by Stryker company। ਅੱਛਾ, ਹਾਂਜੀ। ਤੁਸੀਂ ਉਹ ਕਿਉਂ ਨਹੀਂ ਵਰਤਦੇ? ਨਹੀਂ, ਸਾਡੇ ਕੋਲ ਜਿਹੜਾ ਉਦੋਂ ਰੋਜ਼ਾ ਨਹੀਂ ਸੀ ਆਇਆ, ਜਦੋਂ ਅਸੀਂ ਸਟਰਾਈਕਰ ਕੰਪਨੀ ਦਾ ਜਦੋਂ ਮੇਕਾ ਸਿਸਟਮ ਲਗਾਇਆ ਉਦੋਂ ਰੋਜ਼ਾ ਨਹੀਂ ਸੀਗਾ। ਅੱਛਾ, ਤੁਸੀਂ ਇਹ ਮੇਕਾ ਸਿਸਟਮ ਵਰਤਦੇ ਹੋ? ਅਸੀਂ ਮੇਕੋ ਸਿਸਟਮ ਹੁਣ ਸਾਡੇ ਕੋਲ 2.5 ਸਾਲ ਤੋਂ ਜ਼ਿਆਦਾ ਹੋ ਗਏ, ਐਂਡ ਦੈਟ ਵਾਜ਼ ਦਾ ਫਸਟ ਇਨ ਦੀ ਨਾਰਦਰਨ ਇੰਡੀਆ। ਉਦੋਂ ਇੰਡੀਆ 'ਚ ਸਿਰਫ 5 ਰੋਬੋਟ ਸੀਗੇ ਅਤੇ ਸਾਡਾ ਜਿਹੜਾ ਸੀ 5th ਸੀਗਾ, 4 ਪਹਿਲਾਂ ਸੀਗੇ। ਰੋਜ਼ਾ ਦੀ ਕਾਸਟ ਜ਼ਿਆਦਾ? ਨਹੀਂ, ਰੋਜ਼ਾ ਦਿਸ ਇਜ਼ ਦਾ ਮੇਕੋ ਇਜ਼ ਦਾ ਕੋਸਟਲੀਐਸਟ ਰੋਬੋਟ ਇਨ ਦਾ ਵਰਲਡ। ਇਹਦੀ ਜਿਹੜੀ MRP ਹੈਗੀ ਆ ਦੈਟ ਇਜ਼ ਅਰਾਊਂਡ 12.28 ਕਰੋੜ 'ਚ। ਅੱਛਾ, ਹਾਂਜੀ। ਅਤੇ ਸਾਡੇ ਨਾਲ ਤੁਸੀਂ ਦੱਸ ਸਕਦੇ ਹੋ ਵੀ ਹੋਰ ਕਿਹੜੀਆਂ ਰਿਪਲੇਸਮੈਂਟਸ ਨੇ ਜਿਹੜੇ ਤੁਸੀਂ ਕਰਦੇ ਹੋ ਆਪਣੇ ਹੌਸਪੀਟਲ, ਲੁਧਿਆਣੇ ਵਾਲੇ ਹੌਸਪੀਟਲ ਦੇ ਵਿੱਚ? ਹਾਂਜੀ ਹਾਂਜੀ। ਖਾਸ ਤੌਰ ਦੇ ਉੱਤੇ ਜਿਹੜੀ ਬਹੁਤ ਸਾਰੇ ਲੋਕਾਂ ਨੂੰ ਹਿੱਪ ਦੀ ਪ੍ਰੋਬਲਮ ਹੈ। ਹਾਂਜੀ ਹਾਂਜੀ, ਦੇਖੋ ਸਭ ਤੋਂ ਕਾਮਨ ਹੈ ਨੀ ਜੁਆਇੰਟ। ਨੀ ਜੁਆਇੰਟ ਜ਼ਿਆਦਾ ਰਿਪਲੇਸ ਹੁੰਦੇ ਨੇ। ਸੈਕਿੰਡ ਕਾਮਨ ਇਜ਼ ਦਾ ਹਿਪ ਜੁਆਇੰਟ। ਮਤਲਬ ਹਿਪ ਜੁਆਇੰਟ ਦੇ ਵਿੱਚ ਕੀ ਹੈ ਵੀ ਤੁਸੀਂ ਇਹ ਦਿਸ ਇਜ਼ ਅ ਬਾਲ ਐਂਡ ਸੌਕਟ ਜੁਆਇੰਟ। ਇੱਕ ਪਾਸੇ ਬਾਲ ਹੁੰਦੀ ਆ, ਇੱਕ ਪਾਸੇ ਕੱਪ ਹੁੰਦਾ, ਉਹਨੂੰ ਅਸੀਂ ਸੌਕਟ ਵੀ ਕਹਿ ਦਿੰਦੇ ਹਾਂ। ਦਿਸ ਇਜ਼ ਬਾਲ ਐਂਡ ਸੌਕਟ ਜੁਆਇੰਟ। ਉਹ ਜਦੋਂ ਬਾਲ ਖਰਾਬ ਹੋ ਜੇ ਉਹ ਸੌਕਟ ਨੂੰ ਵੀ ਖਰਾਬ ਕਰ ਦਿੰਦੀ ਹੈ, ਜਾਂ ਸੌਕਟ ਖਰਾਬ ਹੋ ਜੇ ਕਿਸੇ ਵਜ੍ਹਾ ਕਰਕੇ ਉਹ ਬਾਲ ਨੂੰ ਵੀ ਖਰਾਬ ਕਰ ਦਿੰਦੀ ਹੈ। ਸੋ ਵੀ ਹੈਵ ਟੂ ਰਿਪਲੇਸ ਬੋਥ ਦੀ ਥਿੰਗਸ। ਦੋਨੋਂ ਚੀਜ਼ਾਂ ਸਾਨੂੰ ਰਿਪਲੇਸ ਕਰਨੀਆਂ ਪੈਂਦੀਆਂ, ਬਾਲ ਵੀ ਸੌਕਟ ਵੀ। ਉਹਨੂੰ ਕਹਿੰਦੇ ਆ ਟੋਟਲ ਹਿਪ ਰਿਪਲੇਸਮੈਂਟ। ਉਹਦੇ ਵਿੱਚ ਅਸੀਂ ਹਿਪ ਦੋਨੋਂ ਚੀਜ਼ਾਂ ਚੇਂਜ ਕਰਕੇ, ਔਰ ਇਟਸ ਆਲਸੋ ਵੈਰੀ ਸਕਸੈਸਫੁਲ ਸਰਜਰੀ। ਔਰ ਉਸ ਤੋਂ ਪੇਸ਼ੈਂਟ ਨੋਰਮਲੀ ਉਸ ਤੋਂ ਬਾਅਦ ਸਾਰੇ ਆਪਣੇ ਜਿਹੜੇ ਫੰਕਸ਼ਨ ਨੇ ਉਹ ਨੋਰਮਲੀ ਕਰਨ ਲੱਗ ਜਾਂਦਾ। ਚੌਂਕੜੀ ਮਾਰ ਕੇ ਬੈਠ ਸਕਦਾ? ਚੌਂਕੜੀ ਬਿਲਕੁਲ ਡੈਫੀਨੇਟਲੀ ਬੈਠ ਜਾਂਦਾ। ਪਰ ਜਿਹੜੇ ਗੋਡੇ ਤੁਸੀਂ ਪਾਉਂਦੇ ਹੋ, ਹਾਂਜੀ, ਇਹ ਗੋਡੇ ਜਿਹੜੇ ਨੇ ਕਹਿੰਦੇ ਵੀ ਚੌਂਕੜੀ ਨਹੀਂ ਮਾਰ ਸਕਦੇ? ਨਹੀਂ ਜੀ, ਨਹੀਂ, ਨੋ, ਐਸੀ ਕੋਈ ਗੱਲ ਨਹੀਂ ਹੈ। ਮੈਂ ਆਪਣੇ ਫਾਦਰ ਸਾਹਿਬ ਦੇ ਗੋਡੇ ਚੇਂਜ ਕੀਤੇ ਸੀ ਅਰਾਊਂਡ 8 years ਬੈਕ, ਅਤੇ ਉਹਨਾਂ ਨੂੰ ਅਸੀਂ ਰੋਕਦੇ ਹਾਂ ਵੀ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਨਾ ਬੈਠੋ, ਪਰ ਉਹ ਰੋਜ਼ ਬੈਠੇ ਹੁੰਦੇ ਆ। ਅੱਛਾ। ਹਾਂਜੀ, ਹੀ ਇਜ਼ ਅਰਾਊਂਡ 90 years, ਅਤੇ ਉਹ ਰੋਜ਼ ਗੋਡੇ ਮਤਲਬ ਜਾ ਕੇ ਉੱਥੇ ਗੁਰਦੁਆਰਾ ਸਾਹਿਬ ਬੈਠ ਜਾਂਦੇ ਨੇ। ਅੱਛਾ, ਕਈਆਂ ਤੁਸੀਂ ਹਿਪ ਜੁਆਇੰਟ ਵੀ ਅਤੇ ਨੀ ਜੁਆਇੰਟ ਦੋਨੇ ਵੀ ਪਾਏ? ਦੋਨੋਂ ਵੀ। ਮੈਂ ਇੱਕ ਪੇਸ਼ੈਂਟ ਸੀ ਜੀ ਮੇਰੇ ਕੋਲੇ, ਮਤਲਬ ਸ਼ੀ ਵਾਜ਼ ਓਨਲੀ 27 years ਫੀਮੇਲ। ਉਹਦੇ ਗਠੀਏ ਦੇ ਨਾਲ ਦੋਨੋਂ ਗੋਡੇ ਖਰਾਬ ਹੋ ਗਏ ਸੀ ਅਤੇ ਦੋਨੋਂ ਚੂਲੇ। ਉਹਦੇ ਅਸੀਂ ਦੋਨੋਂ ਚੂਲੇ ਰਿਪਲੇਸ ਕਰਕੇ ਨਾਓ ਸ਼ੀ ਇਜ਼ ਵਾਕਿੰਗ ਕੰਫਰਟੇਬਲੀ, ਕੋਈ ਪ੍ਰੋਬਲਮ ਨਹੀਂ। ਭੱਜ ਵੀ ਲੈਂਦਾ ਬੰਦਾ? ਬਿਲਕੁਲ, ਈਵਨ ਗੇਮ ਵੀ ਖੇਡ ਸਕਦੇ ਆ। ਅੱਛਾ, ਜਿਨ੍ਹਾਂ ਦੀ ਤੁਸੀਂ ਨੀ ਰਿਪਲੇਸ ਕਰਦੇ ਹੋ, ਹਾਂਜੀ, ਔਰ ਉਹਨਾਂ ਦੀ ਉਮਰ 60 ਸਾਲ ਤੋਂ ਉੱਪਰ ਹੈ, ਹਾਂਜੀ, ਉਹ ਭੱਜ ਸਕਦੇ ਆ? ਬਿਲਕੁਲ ਭੱਜ ਸਕਦੇ ਆ ਜੀ। ਕੋਈ ਨੋਰਮਲ ਲਾਈਫ ਹੋ ਜਾਂਦੀ ਆ। ਜਿੰਨੀ ਕਿ 60 ਸਾਲ ਦਾ ਬੰਦਾ ਭੱਜ ਸਕਦਾ ਉਨਾ ਉਹ ਗੋਡੇ ਰਿਪਲੇਸ ਕਰਨ ਤੋਂ ਬਾਅਦ ਵੀ ਭੱਜ ਲੈਂਦਾ। ਪਰ ਤੁਸੀਂ ਰਿਕਮੈਂਡ ਕਰਦੇ ਹੋ ਵੀ ਜਿਨ੍ਹਾਂ ਦੇ ਗੋਡੇ ਪਾਏ ਹੋਏ ਆ ਉਹ ਚੌਂਕੜੀ ਨਾ ਮਾਰਨ? ਅਸੀਂ ਦੇਖੋ, ਇਹ ਜਿਹੜੇ ਗੋਡੇ ਰਿਪਲੇਸਮੈਂਟ ਹੈ ਨਾ, ਦਿਸ ਇਜ਼ ਐਨ ਲਗਜ਼ਰੀ। ਇਹ ਇੱਕ ਲਗਜ਼ਰੀ ਹੈ। ਹੁਣ ਇੱਕ ਲਗਜ਼ਰੀ ਕਾਰ ਨੂੰ ਨੋਰਮਲ ਸੜਕ 'ਤੇ ਜਿੰਨਾ ਮਰਜ਼ੀ ਭਜਾ ਲਓ, ਪਰ ਜੇ ਤੁਸੀਂ BMW ਕਾਰ ਨੂੰ ਬਾਣਾ ਦੇ ਵਿੱਚ ਭਜਾਓਗੇ, ਖੱਤੇ ਦੇ ਵਿੱਚ ਭਜਾਈ ਫਿਰੋਗੇ, ਫਿਰ ਤਾਂ ਖਰਾਬ ਹੋਊਗੀ। ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਉਹਦਾ ਓਵਰ ਯੂਜ਼ ਨਾ ਕਰੋ, ਕਿਉਂਕਿ ਉਹਨੂੰ ਲਗਜ਼ਰੀ ਆ, ਉਹਨੂੰ ਲਗਜ਼ਰੀ ਵਾਂਗ ਹੀ ਇੰਜੋਏ ਕਰੋ। ਹਾਂਜੀ। ਅੱਛਾ,
ਕੋਈ ਇਹੋ ਜਿਹੀ ਵੀ ਨਵੀਂ ਖੋਜ ਆਈ ਹੈ ਕਿ ਹਿੰਜਸ ਪਾ ਦਿੰਦੇ ਹੋ ਤੁਸੀਂ ਇਕੱਲੇ ਹੀ? ਦੇਖੋ ਹਿੰਜਸ ਜਿਹੜੇ ਆ ਨਾ ਜੀ, ਉਹ ਇਸ ਤਰ੍ਹਾਂ ਹਿੰਜ ਨਹੀਂ ਪੈਂਦਾ, ਉਹ ਵੀ ਜੁਆਇੰਟ ਰਿਪਲੇਸਮੈਂਟ ਹੀ ਹੁੰਦੀ ਹੈ, ਜਿਹੜਾ ਕਿ ਹਿੰਜਡ ਨੀ ਜੁਆਇੰਟ ਹੁੰਦਾ। ਅੱਛਾ। ਉਹਦੇ ਵਿੱਚ ਕਬਜ਼ਾ ਬਣਿਆ ਹੁੰਦਾ ਜੁਆਇੰਟ ਦਾ। ਨੋਰਮਲ ਜਿਹੜਾ ਹੈਗਾ ਉਹ ਜਿਹੜਾ ਮੈਟਲ ਦੇ ਨਾਲ, ਮੈਟਲ ਨੂੰ ਅਸੀਂ ਫਿਕਸ ਨਹੀਂ ਕਰਦੇ, ਕਬਜ਼ਾ ਨਹੀਂ ਬਣਾਉਂਦੇ। ਉਹ ਨੋਰਮਲੀ ਉਹ ਬੋਨ ਦੀ ਸ਼ੇਪ, ਆਲੇ ਦੁਆਲੇ ਮਸਲਸ, ਅੱਗੇ ਚੱਪਣੀ, ਉਹਦੇ ਨਾਲ ਹੀ ਉਹ ਕਬਜ਼ਾ ਬਣਦਾ। ਪਰ ਜੇ ਕਿਸੇ ਵਜ੍ਹਾ ਕਰਕੇ ਸਾਰੇ ਦੇ ਸਾਰੇ ਲਿਗਾਮੈਂਟ ਖਰਾਬ ਹੋ ਜਾਣ, ਫਿਰ ਸਾਨੂੰ ਹਿੰਜਡ ਨੀ ਜੁਆਇੰਟ ਪਾਉਣਾ ਪੈਂਦਾ, ਜਿਹਦਾ ਕਿ ਅੰਦਰ ਕਬਜ਼ਾ ਬਣਿਆ ਹੁੰਦਾ। ਅੱਛਾ। ਹਾਂਜੀ, ਉਹਨੂੰ ਹਿੰਜਡ ਨੀ ਜੁਆਇੰਟ ਕਹਿੰਦੇ ਨੇ। ਉਹ ਮਤਲਬ ਡਿਫਰੈਂਟ ਟਾਈਪ ਦਾ ਨੀ ਹੁੰਦਾ, ਤੁਹਾਡੇ ਕੋਲ ਅਵੇਲੇਬਲ ਹੋ? ਅਸੀਂ ਪਾਉਂਦੇ ਹਾਂ। ਹਾਂਜੀ ਹਾਂਜੀ ਹਾਂਜੀ, ਅਸੀਂ ਸਾਰੇ ਵੀ ਆਰ ਡੂਇੰਗ ਐਵਰੀ ਟਾਈਪ ਆਫ ਸਰਜਰੀ ਐਜ਼ ਰਿਗਾਰਡ ਨੀ, ਹਿਪ, ਐਲਬੋ, ਸ਼ੋਲਡਰ, ਸਾਰਾ ਕੁਛ ਅਸੀਂ ਕਰਦੇ ਹਾਂ। ਹਾਂਜੀ। ਅਤੇ ਹੋਰ ਇਸ ਫੀਲਡ ਦੇ ਵਿੱਚ ਕੀ ਹੋ ਰਿਹਾ ਜਿਹਦੇ ਨਾਲ ਰਿਕਵਰੀ ਫਾਸਟ ਹੋ ਸਕੇ? ਕਿਉਂਕਿ ਕਈ ਲੋਕਾਂ ਨੂੰ 1.5-2 ਮਹੀਨੇ ਲੱਗ ਜਾਂਦੇ ਇੱਥੇ। ਦੇਖੋ ਇਹ ਵੀ ਸਾਰਾ ਜਿਹੜਾ ਪੋਸਟ ਆਪਰੇਟਿਵ ਫਿਜ਼ੀਓਥੈਰੇਪੀ ਹੈ ਜਾਂ ਰਿਕਵਰੀ ਜਲਦੀ ਹੋਣ ਦਾ ਜਿਹੜਾ ਹੈਗਾ, ਉਹ ਇਸੇ ਕਰਕੇ ਹੀ ਅਸੀਂ ਰੋਬੋਟ ਲੈ ਕੇ ਆਂਦਾ, ਤਾਂ ਕਿ ਰੋਬੋਟ ਦੇ ਨਾਲ ਕੋਈ ਗਲਤੀ ਦਾ ਸਕੋਪ ਨਹੀਂ ਰਹਿੰਦਾ। ਜਦੋਂ ਸਾਡੇ ਕੋਲ ਰੋਬੋਟ ਨਹੀਂ ਸੀ, ਉਦੋਂ ਅਸੀਂ ਦੇਖਦੇ ਹੁੰਦੇ ਸੀ ਵੀ 10 ਪੇਸ਼ੈਂਟ ਤੋਂ ਬਾਅਦ ਜਾਂ 20 ਪੇਸ਼ੈਂਟ ਤੋਂ ਬਾਅਦ ਕੋਈ ਨਾ ਕੋਈ ਥੋੜ੍ਹੀ ਬਹੁਤੀ ਐਕਸਰੇ ਸਾਨੂੰ ਲੱਗਦਾ ਹੁੰਦਾ ਸੀਗਾ ਕਿ ਗਲਤੀ ਰਹਿ ਗਈ ਹੈ। ਪਰ ਹੁਣ ਰੋਬੋਟ ਇੱਕ ਐਸਾ ਹੈ ਵੀ ਹਰ ਸਰਜਰੀ ਵਧੀਆ ਹੁੰਦੀ ਹੈ ਔਰ ਹਰ ਪੇਸ਼ੈਂਟ ਠੀਕ ਜਲਦੀ ਹੁੰਦਾ। ਜਿੰਨੀ ਵਧੀਆ ਜੁਆਇੰਟ ਦੀ ਤੁਹਾਡੀ ਪਲੇਸਮੈਂਟ ਹੋਏਗੀ ਅੰਦਰ, ਓਨੀ ਹੀ ਪੇਸ਼ੈਂਟ ਨੂੰ ਬਾਅਦ ਦੇ ਵਿੱਚ ਪ੍ਰੋਬਲਮ ਘੱਟ ਹੋਏਗੀ, ਓਨੀ ਹੀ ਪੇਨ ਘੱਟ ਹੋਏਗੀ, ਓਨੀ ਫਿਜ਼ੀਓਥੈਰੇਪੀ ਘੱਟ ਕਰਾਉਣੀ ਪਏਗੀ। ਸੋ ਬੇਸਿਕਲੀ ਜਿਹੜੀ ਸਰਜਰੀ ਕਰਦਾ ਉਹ ਰੋਬੋਟ ਕਰਦਾ? ਰੋਬੋਟ ਜਿਹੜਾ ਹੈ ਜੀ, ਉਹ ਜੁਆਇੰਟ ਦੀ ਪਲੇਸਮੈਂਟ 'ਚ ਹੈਲਪ ਕਰਦਾ। ਅਸੀਂ ਅਲਾਈਨਮੈਂਟ ਕਰਦਾ? ਅਲਾਈਨਮੈਂਟ ਕਰਦਾ। ਔਰ ਸਰਜਰੀ ਤੁਸੀਂ ਕਰਦੇ? ਸਰਜਰੀ ਕਰਨੀ ਇਸੇ ਅਸਿਸਟਡ ਸਰਜਰੀ, ਰੋਬੋਟ ਅਸਿਸਟਡ ਸਰਜਰੀ। ਅੱਛਾ। ਹਾਂਜੀ, ਰੋਬੋਟ ਐਕਚੁਅਲੀ ਕੀ ਹੁੰਦਾ ਵੀ ਜਿਹੜਾ ਅਸੀਂ ਬੋਨ ਇੰਪਲਾਂਟ ਵਿੱਚ ਪਾਉਂਦੇ ਹਾਂ, ਉਹ ਬੋਨ ਦੀ ਸ਼ੇਪ ਬਣਾਉਣੀ ਹੁੰਦੀ ਆ। ਉਹ ਸ਼ੇਪ ਜਿਸ ਤਰ੍ਹਾਂ ਦੀ ਸ਼ੇਪ ਬਣੇਗੀ, ਉਸੇ ਪੋਜੀਸ਼ਨ ਦੇ ਵਿੱਚ ਉਹਦਾ ਜਿਹੜਾ ਇੰਪਲਾਂਟ ਆ ਉਹਦੇ ਉੱਪਰ ਚੜ੍ਹੇਗਾ। ਉਹ ਰੋਬੋਟ ਉਹ ਜਿਹੜਾ ਸ਼ੇਪ ਬਣਾਉਣੀ ਆ, ਬੋਨ ਦੇ ਕੱਟ ਦੇਣੇ ਆ, ਉਹ ਰੋਬੋਟ ਨੇ ਦੇਣੇ ਆ। ਬਾਕੀ ਖੋਲ੍ਹਣਾ ਜੁਆਇੰਟ ਨੂੰ ਅਸੀਂ ਆ, ਤੇ ਬੰਦ ਵੀ ਅਸੀਂ ਕਰਨਾ, ਸਰਜਨ ਨੇ। ਕਿੰਨਾ ਚਿਰ ਲੱਗਦਾ ਇਸ? ਇਟਸ ਅਰਾਊਂਡ 35 to 45 minutes for one joint, from incision to closure. ਯੈਸ। ਤੇ ਜਿਹੜੀ ਤੁਰਨ ਨੂੰ ਬੰਦੇ ਦੇ ਨੋਰਮਲ ਤੁਰਨ, ਅਸੀਂ ਪੇਸ਼ੈਂਟ ਨੂੰ 48 hours ਤੋਂ ਬਾਅਦ ਖੜਾ ਕਰ ਦਿੰਦੇ ਹਾਂ ਔਰ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਨੋਰਮਲੀ ਆਫਟਰ 48 hours ਬੈਠਣਾ ਦਾ ਪੇਸ਼ੈਂਟ ਦੂਸਰੇ ਦਿਨ ਹੀ ਸ਼ੁਰੂ ਕਰ ਦਿੰਦਾ, ਪਰ 48 hours 'ਤੇ ਅਸੀਂ ਚਲਾਉਣਾ ਸ਼ੁਰੂ ਕਰਦੇ ਹਾਂ। ਜਿਹੜੇ ਪੇਸ਼ੈਂਟ ਪਹਿਲਾਂ ਚੰਗੇ ਚੱਲਦੇ ਫਿਰਦੇ ਹੁੰਦੇ ਆ, ਸਾਡੇ ਕੋਲ ਚੱਲਦੇ ਫਿਰਦੇ ਆਉਂਦੇ ਆ, ਮੰਜੇ 'ਤੇ ਨਹੀਂ ਪਏ ਹੁੰਦੇ, ਉਹ ਤਾਂ ਬਹੁਤ ਜਲਦੀ ਠੀਕ ਹੋ ਜਾਂਦੇ ਆ। ਉਹਦਾ ਤੀਜੇ ਚੌਥੇ ਦਿਨ ਜਾਂ ਰਾਦਰ ਅਸੀਂ 5th day 'ਤੇ ਜਦੋਂ ਛੁੱਟੀ ਕਰਦੇ ਹਾਂ ਪੇਸ਼ੈਂਟ ਨੂੰ, ਉਦੋਂ ਹੀ ਉਹ ਵਧੀਆ ਚੱਲ ਕੇ ਜਾਂਦੇ ਨੇ। ਪਰ ਜਿਹੜੇ ਪੇਸ਼ੈਂਟ ਪਹਿਲਾਂ ਬਹੁਤ ਟਾਈਮ ਕੱਢ ਦਿੰਦੇ ਨੇ, ਬਹੁਤ ਜ਼ਿਆਦਾ ਗੋਡੇ ਖਰਾਬ ਹੋ ਜਾਂਦੇ ਆ, ਉਹਨਾਂ ਦੇ ਮਸਲ ਵੀ ਉਨੇ ਹੀ ਵੀਕ ਹੋ ਜਾਂਦੇ ਆ, ਉਹਨਾਂ ਨੂੰ ਟਾਈਮ ਜ਼ਿਆਦਾ ਲੱਗਦਾ ਠੀਕ ਹੋਣ ਨੂੰ। ਨੋਰਮਲੀ ਸਾਡੇ ਕੋਲ ਜਿਹੜੇ ਪੇਸ਼ੈਂਟ, ਮਤਲਬ ਇਸ ਵਾਰੀ ਅਸੀਂ ਜੂਨ ਦੇ ਵਿੱਚ ਹੀ ਤਕਰੀਬਨ 20 ਪੇਸ਼ੈਂਟ ਸਾਡੇ ਕੋਲ ਗਏ ਹੋਣੇ ਆ ਇੱਥੋਂ ਕੈਨੇਡਾ ਤੋਂ, ਜਿਨ੍ਹਾਂ ਦੇ ਅਸੀਂ ਨੀ ਰਿਪਲੇਸਮੈਂਟ ਕੀਤੀ ਹੈ। ਉਹ ਸਾਰੇ ਤਕਰੀਬਨ ਮਹੀਨੇ ਦੀ ਟਿਕਟ ਲੈ ਕੇ ਜਾਂਦੇ ਆ, ਸਾਰੇ ਮਹੀਨੇ ਦੇ ਵਿੱਚ ਠੀਕ ਹੋ ਕੇ ਵਾਪਸ ਆ ਜਾਂਦੇ ਆ, ਤੁਰਨ ਫਿਰਨ ਲੱਗ ਜਾਂਦੇ। ਹਾਂਜੀ ਹਾਂਜੀ ਹਾਂਜੀ। ਤੇ ਅਖੀਰ ਸਾਨੂੰ ਇਹ ਵੀ ਦੱਸੋ ਵੀ ਕੋਸਟ ਕਿੰਨੀ ਕਾ? ਦੇਖੋ ਕੋਸਟ ਡਿਪੈਂਡ ਕਰਦਾ ਜੀ ਸੈਂਟਰ ਟੂ ਸੈਂਟਰ। ਜਿਹੜੇ ਜਿਸ ਤਰ੍ਹਾਂ ਸਾਊਥ ਦੇ ਵਿੱਚ ਜਿਨ੍ਹਾਂ ਕੋਲੇ ਰੋਬੋਟ ਹੈਗਾ, ਉਹ ਦੇ ਚਾਰਜ ਆਲਮੋਸਟ ਡਬਲ ਦਾ ਫੀਸ ਦੈਨ ਵੀ ਪੀਪਲ ਡੂ। ਅਸੀਂ ਦੋਨਾਂ ਗੋਡਿਆਂ ਦਾ ਜਿਹੜਾ ਹੈਗਾ ਉਹ ਇੰਡੀਅਨ ਰੁਪੀਜ਼ ਦੇ ਵਿੱਚ 4 ਲੱਖ ਰੁਪਏ ਲੈਂਦੇ ਹਾਂ, ਇਨਕਲੂਸਿਵ ਆਫ ਐਵਰੀਥਿੰਗ। ਰਹਿਣ ਦਾ ਇੰਤਜ਼ਾਮ ਵੀ ਹੈ ਸਾਡੇ ਕੋਲੇ, ਸਾਰਾ ਰਹਿਣ ਦਾ ਵੀ ਇੰਤਜ਼ਾਮ ਆ, ਬੜੇ ਅੱਛੇ। ਮੈਂ ਹੁਣੇ ਨਵਾਂ ਹੌਸਪੀਟਲ ਬਣਾਇਆ, ਉਹਦੇ ਵਿੱਚ ਵੀ ਹੈਵ ਗਿਵਨ ਵਰਲਡ ਕਲਾਸ ਫੈਸਿਲਿਟੀਜ਼। ਉਹਦੇ ਵਿੱਚ ਸਟੇ ਵੀ ਵਿੱਚ ਹੀ ਆ, ਇੰਪਲਾਂਟ ਵੀ, ਸਰਜਰੀ ਚਾਰਜਸ ਵੀ, ਇਨਵੈਸਟੀਗੇਸ਼ਨਸ ਵੀ ਸਾਰੀਆਂ ਵਿੱਚ ਨੇ, ਪੇਸ਼ੈਂਟ ਦਾ ਫੂਡ ਵੀ ਵਿੱਚ ਹੈ। ਸੋ ਸਟੇ ਵੀ ਜਿਹੜਾ ਹੈਗਾ ਉਹ ਮਤਲਬ 1 ਦਿਨ ਸਰਜਰੀ ਤੋਂ ਪਹਿਲਾਂ ਅਤੇ 5 ਦਿਨ ਬਾਅਦ 'ਚ ਅਪਰੋਕਸੀਮੇਟਲੀ 6 days ਸਟੇ ਹੁੰਦਾ, ਅਤੇ ਉਹ ਮਤਲਬ ਪੇਸ਼ੈਂਟ ਦਾ ਐਵਰੀਥਿੰਗ ਇਜ਼ ਇਨਕਲੂਸਿਵ ਇਨ ਦੈਟ। ਸੋ 4 ਲੱਖ ਦੇ ਵਿੱਚ ਦੋਨੇ 4 ਲੱਖ 'ਚ ਦੋਨੋਂ ਗੋਡੇ ਅਸੀਂ ਕਰ ਦਿੰਦੇ ਹਾਂ। ਹਾਂਜੀ, ਪ੍ਰੈਜ਼ੈਂਟ ਰੇਟ ਜਿਹੜਾ ਹੈਗਾ ਉਹ ਇਹੀ ਹੈ। ਅਤੇ ਹਿਪ ਜੁਆਇੰਟ? ਜਿਹੜਾ ਹਿਪ ਜੁਆਇੰਟ ਆ, ਉਹਦੇ ਵਿੱਚ ਬਹੁਤ ਵੇਰੀਏਸ਼ਨ ਹੁੰਦੀ ਹੈ ਜੀ। ਹਿਪ ਜੁਆਇੰਟ ਦੇ ਵਿੱਚ 2-3 ਤਰ੍ਹਾਂ ਦੇ ਮਤਲਬ ਹੁੰਦੇ ਨੇ। ਉਹਦੇ ਵਿੱਚ ਇੱਕ ਹੁੰਦਾ ਸੀਮੈਂਟਡ ਜੁਆਇੰਟ ਹੁੰਦਾ, ਇੱਕ ਵਿਦਾਊਟ ਸੀਮੈਂਟ। ਜਿਹੜਾ ਵਿਦਾਊਟ ਸੀਮੈਂਟ ਹੈ ਉਹ ਮਹਿੰਗਾ ਹੁੰਦਾ, ਜਿਹੜਾ ਸੀਮੈਂਟ ਵਾਲਾ ਉਹ ਸਸਤਾ ਹੁੰਦਾ। ਜਿਹੜਾ ਮਹਿੰਗਾ ਉਹ ਕਿੰਨੇ ਦਾ? ਜਿਹੜਾ ਉਹ ਤਕਰੀਬਨ 2 ਲੱਖ ਦੇ ਨੇੜੇ ਤੇੜੇ, 2 ਲੱਖ 2.5 ਲੱਖ
ਦੋਨੇ ਪਾਸੇ ਦੇ ਜਾਂ ਇੱਕ ਪਾਸੇ? ਇੱਕ ਪਾਸੇ ਦਾ। ਹੂੰ ਹੂੰ। ਹਿਪ ਜੁਆਇੰਟ ਜਿਹੜੇ ਆ ਉਹ ਦੋਨੋਂ ਸਿੰਗਲ ਸਿਟਿੰਗ 'ਚ ਅਸੀਂ ਬਹੁਤ ਰੇਅਰ ਕਰਦੇ ਹਾਂ। ਅੱਛਾ। ਬਹੁਤ ਹੀ ਯੰਗ ਪੇਸ਼ੈਂਟ ਹੋਵੇ ਨਾ, ਸਾਨੂੰ ਪਤਾ ਵੀ 100% ਡਿਜ਼ੀਜ਼ ਫਰੀ ਹੈ ਪੇਸ਼ੈਂਟ, ਉਹਦੇ ਵਿੱਚ ਅਸੀਂ ਸਿੰਗਲ ਸਿਟਿੰਗ ਦੇ ਵਿੱਚ ਦੋਨੋਂ ਗੋਡੇ ਚੇਂਜ ਕਰ ਦਿੰਦੇ ਹਾਂ। ਬਟ ਨੋਰਮਲੀ ਵੀ ਗਿਵ ਏ ਗੈਪ ਆਫ 5 to 7 days ਜੇ ਦੋਨੋਂ ਕਰਨੇ ਹੋਣ। ਉਹ ਆਈ ਸੀ। ਹਾਂਜੀ, ਕਿਉਂਕਿ ਇਹ ਜ਼ਿਆਦਾ ਜਿਸ ਤਰ੍ਹਾਂ ਲੋਕੀ ਸ਼ਰਾਬ ਜਿਹੜੇ ਜ਼ਿਆਦਾ ਪੀਂਦੇ ਆ ਉਹਨਾਂ ਦੇ ਵਿੱਚ ਗੋਡੇ ਚੂਲੇ ਜਿਹੜੇ ਨੇ ਉਹ ਜਲਦੀ ਖਰਾਬ ਹੋ ਜਾਂਦੇ ਨੇ, ਅਤੇ ਉਹ ਫਿਰ ਅਸੀਂ ਦੋਨੋਂ ਚੇਂਜ ਕਰ ਦਿੰਦੇ ਹਾਂ। ਕਿਉਂਕਿ ਸ਼ਰਾਬ ਪੀਣ ਵਾਲੇ ਜੇ ਉਹਦਾ ਲਿਵਰ ਠੀਕ ਆ ਜਾਂ ਬਾਕੀ ਸਾਰਾ ਕੁਝ ਠੀਕ ਆ, ਫਿਰ ਉਹਨਾਂ ਨੂੰ ਨੋਰਮਲੀ ਯੰਗ ਪੇਸ਼ੈਂਟ ਹੁੰਦੇ ਨੇ ਸ਼ਰਾਬ ਪੀਣ ਵਾਲੇ, ਉਹਨਾਂ ਦੇ ਵਿੱਚ ਅਸੀਂ 5 ਜਾਂ 7 ਦਿਨ ਦਾ ਗੈਪ ਦੇ ਕੇ ਅਸੀਂ ਕਰ ਦਿੰਦੇ ਹਾਂ। ਪਰ ਹਿਪ ਜੁਆਇੰਟ ਤਾਂ ਇੱਕੋ ਸਿਟਿੰਗ 'ਚ ਕਰ ਦਿੰਦੇ ਹੋ? ਹਾਂ ਹਿਪ ਜੁਆਇੰਟ ਜਿਹੜਾ ਹੈਗਾ ਇਟ ਆਲਸੋ ਟੇਕ 30 minutes, ਸਮਟਾਈਮਜ਼ ਈਵਨ ਜਲਦੀ ਵੀ ਹੋ ਜਾਂਦਾ 30-45 minutes। ਜੇ ਤੁਸੀਂ ਗੋਡਿਆਂ ਤੇ ਹਿਪ ਜੁਆਇੰਟ ਨੂੰ ਕੰਪੇਅਰ ਕਰਦੇ ਹੋ ਹਾਂਜੀ, ਤਾਂ ਹਿਪ ਜੁਆਇੰਟ ਦੇ ਘੱਟ ਚਾਂਸਸ ਨੇ ਰਿਕਵਰ ਹੋਣ ਦੇ? ਨਹੀਂ 100%। ਅੱਛਾ। ਯੈਸ, ਹਿਪ ਜੁਆਇੰਟ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ। ਇਹ ਸਿਰਫ ਸਰਜਰੀ ਦੀ ਤੁਹਾਡੀ ਟੈਕਨੀਕ ਆ, ਤੁਸੀਂ ਕਿੰਨਾ ਅੱਛਾ ਜੁਆਇੰਟ, ਕਿੰਨੀ ਉਹਦੀ ਵੀ ਜਿਹੜੀ ਪਲੇਸਮੈਂਟ ਆ ਜੁਆਇੰਟ ਦੀ ਉਹ ਕਿੰਨੀ ਵਧੀਆ ਕਰਦੇ ਹੋ। ਜੇ ਪਲੇਸਮੈਂਟ ਗਲਤ ਹੋ ਜੇ ਤਾਂ ਉਹਦੇ ਵਿੱਚ ਫਿਰ ਚੂਲਾ ਨਿਕਲਣ ਦਾ ਡਰ ਹੁੰਦਾ, ਅਦਰਵਾਈਜ਼ ਨਹੀਂ। ਡਾਕਟਰ ਸਾਹਿਬ ਤੁਹਾਡਾ ਟੈਲੀਫੋਨ ਨੰਬਰ ਕਿੰਨਾ ਜਿੱਥੇ ਅਪਾਇੰਟਮੈਂਟ ਬਣਾਈ? ਮੇਰਾ ਹਾਂਜੀ ਮੇਰਾ ਇੰਡੀਆ ਦਾ ਨੰਬਰ ਜਿਹੜਾ 9814020234 98 140 20234। ਅਤੇ ਸਿੱਧੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ? ਹਾਂਜੀ, ਕੋਈ ਪ੍ਰੋਬਲਮ ਨਹੀਂ ਹੈ। ਈਵਨ ਇੱਥੋਂ ਵੀ ਸਾਡੇ ਕੋਲੇ ਬਹੁਤ ਮਤਲਬ ਸਪੈਸ਼ਲੀ ਕੈਨੇਡਾ ਤੋਂ ਪੇਸ਼ੈਂਟ ਸਾਡੇ ਕੋਲੇ ਬਹੁਤ ਜਾਂਦੇ ਨੇ, ਕਿਉਂਕਿ ਹੇਅਰ ਪੀਪਲ ਸਾਨੂੰ ਆ ਕੇ ਦੱਸਦੇ ਨੇ ਵੀ ਸਾਨੂੰ ਜਿਹੜੀ ਅਪਾਇੰਟਮੈਂਟ ਮਿਲੀ ਆ ਉਹ 2 ਸਾਲ ਦੀ ਮਿਲੀ ਆ ਜਾਂ ਉਸ ਤੋਂ ਵੀ ਜ਼ਿਆਦਾ ਦੀ ਮਿਲੀ ਆ। ਤੋ ਇਸ ਕਰਕੇ ਜਿਹੜਾ ਪੇਸ਼ੈਂਟ ਅੱਜ ਤੰਗ ਆ ਜੀ ਤੋਂ ਅੱਜ ਨਹੀਂ ਤੁਰਿਆ ਜਾਂਦਾ, ਉਹ ਨਹੀਂ ਫਿਰ ਉਹ ਰਹਿ ਸਕਦਾ, ਉਹਨੂੰ ਤਾਂ ਕਰਾਉਣਾ ਹੀ ਕਰਾਉਣਾ ਉਹਨੇ ਤਾਂ ਚੇਂਜ। ਤੁਹਾਡੇ ਵੇਟ ਕਿੰਨੀ ਕਾ? ਸਾਡੇ ਨੋ ਵੇਟ। ਅਸੀਂ ਤਾਂ ਈਵਨ ਜਿੰਨੇ ਪੇਸ਼ੈਂਟ ਸਾਡੇ ਕੋਲ ਆ ਗਏ ਅਸੀਂ ਉਸੇ ਦਿਨ ਹੀ ਕਰ ਦੇਣੇ ਆ। ਮੈਂ ਅਤੇ ਮੇਰਾ ਬੇਟਾ ਦੋਨੋਂ ਅਸੀਂ ਆਰਥੋਪੈਡਿਕ ਸਰਜਨ ਆ, ਅਤੇ ਅਸੀਂ ਸਾਰੇ ਦੇ ਸਾਰੇ ਈਵਨ ਅਸੀਂ 8 ਜਾਂ 10 ਜੁਆਇੰਟ ਵੀ ਡੇਲੀ ਕਰ ਦਿੰਦੇ ਹਾਂ ਜੇ ਸਾਡੇ ਕੋਲ ਆ ਜਾਣ। ਜਿੰਨੇ ਵੀ ਪੇਸ਼ੈਂਟ ਆਏ ਉਨੇ ਹੀ ਨੈਕਸਟ ਡੇ ਅਸੀਂ ਕਰ ਦੇਣੇ ਆ। ਵੈਰੀ ਫਿਊ ਪੇਸ਼ੈਂਟਸ ਆਰ ਇਨ ਦਾ ਲਿਸਟ ਕਿ ਕੋਈ ਉਹਨਾਂ ਨੂੰ ਮੈਡੀਕਲ ਪ੍ਰੋਬਲਮ ਹੋਵੇ, ਕਾਰਡੀਅਕ ਪ੍ਰੋਬਲਮ ਹੋਵੇ, ਅਸੀਂ ਨਹੀਂ ਕਰ ਸਕਦੇ। ਅਦਰਵਾਈਜ਼ ਅਸੀਂ ਵੇਟਿੰਗ ਲਿਸਟ ਜ਼ਿਆਦਾ ਲੰਬੀ ਨਹੀਂ ਰੱਖਦੇ। 2 ਦਿਨ 4 ਦਿਨ ਮੈਕਸੀਮਮ ਜੇ ਕੋਈ ਮਤਲਬ ਕਿਸੇ ਵਜ੍ਹਾ ਕਰਕੇ ਕਰਨਾ ਪਵੇ, ਅਦਰਵਾਈਜ਼ ਅਸੀਂ ਜ਼ਿਆਦਾ ਵੇਟਿੰਗ ਲਿਸਟ ਨਹੀਂ ਰੱਖਦੇ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਥੈਂਕ ਯੂ ਥੈਂਕ ਸਾਹਿਬ, ਥੈਂਕ ਯੂ ਵੈਰੀ ਮਚ। ਥੈਂਕ ਯੂ।